ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਦਰਪੇਸ਼ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਵੀ ਹਰਸਿਮਰਤ ਕੌਰ ਬਾਦਲ ਨੂੰ ਭਰੋਸਾ ਦਿਵਾਇਆ ਹੈ। ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਤੀ ਹੀ ਪੰਜਾਬ ਪਰਾਲੀ ਤੋਂ ਇਥਨੋਲ ਬਣਾਉਣ ਸੰਬੰਧੀ ਪਲਾਂਟ ਲਗਾਏ ਜਾਣਗੇ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਹਾਂ ਆਗੂਆਂ ਦੇ ਯਤਨਾਂ ਸਦਕਾ ਹੀ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਤੇ ਪੰਜਾਬ ਨੂੰ ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ। ਕਿਸਾਨਾਂ ਦੀ ਆਮਦਨ ਹੋਵੇਗੀ ਦੁੱਗਣੀ, ਵਿਕੇਗੀ ਕਿਸਾਨਾਂ ਦੀ ਪਰਾਲੀ, ਫਸਲ ਦੀ ਰਹਿੰਦ ਖੂੰਦ ਤੋਂ ਬਣੇਗਾ ਇਥਨੋਲ। ਇਥਨੋਲ ਨਾਲ ਚੱਲਣਗੀਆਂ ਬੱਸਾਂ, ਕਾਰਾਂ ਅਤੇ ਬਾਈਕਸ। ਜ਼ਹਿਰੀਲੀ ਹਵਾ ਤੋਂ ਵੀ ਮਿਲੇਗਾ ਛੁਟਕਾਰਾ। ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਤੇ ਫਸਲ ਦੀ ਹੋਰ ਰਹਿੰਦ ਖੂੰਦ ਨੂੰ ਸਾੜਨ ਕਰਕੇ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਪੂਰੇ ਦੇਸ਼ 'ਚ ਬਣ ਗਈ ਹੈ। ਦਿੱਲੀ, ਹਰਿਆਣਾ ਤੇ ਪੰਜਾਬ ਸਮੇਤ ਕਈ ਹੋਰ ਸੂਬਿਆਂ 'ਚ ਇਹ ਸਮੱਸਿਆ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ। ਪਰਾਲੀ ਦੇ ਜ਼ਹਿਰੀਲੇ ਧੂਏ ਕਰਕੇ ਜਿੱਥੇ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਜਾਂਦੀ ਹੈ, ਉੱਥੇ ਹੀ ਆਮ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਵੀ ਬਣਦੇ ਨੇ। ਪਰ ਹੁਣ ਇਹ ਸਮੱਸਿਆ ਤੋਂ ਪੂਰੇ ਦੇਸ਼ ਨੂੰ ਛੁਟਕਾਰਾ ਮਿਲਣ ਜਾ ਰਿਹਾ ਹੈ। ਨਾ ਸਿਰਫ ਛੁਟਕਾਰਾ, ਪਰ ਇਹ ਰਹਿੰਦ ਖੂੰਦ ਕਿਸਾਨਾਂ ਲਈ ਸੋਨਾ ਵੀ ਸਾਬਤ ਹੋਵੇਗੀ। ਦਰਅਸਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਦੀ ਪਰਾਲੀ ਖਰੀਦੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਸਰਦਾਰ ਬਾਦਲ ਦੇ ਸੁਝਾਅ ਮੁਤਾਬਕ ਦੇਸ਼ 'ਚ 10 ਅਜਿਹੇ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ 'ਚ ਫਸਲ ਦੀ ਰਹਿੰਦ ਖੂੰਦ ਤੋਂ ਇਥਨੋਲ ਬਣੇਗਾ, ਜਿਸ ਤੇ ਕਿ ਬੱਸਾਂ, ਕਾਰਾਂ, ਮੋਟਰਸਾਈਕਲ ਅਤੇ ਹੋਰ ਵਹੀਕਲ ਚੱਲ ਸਕਣਗੇ। ਜਿੱਥੇ ਅਜਿਹੇ ਪਲਾਂਟਾਂ ਨਾਲ ਕਿਸਾਨਾਂ ਦੀ ਆਮਦਨ ਵਧੇਗੀ, ਉੱਥੇ ਹੀ ਰੁਜ਼ਗਾਰ ਦੇ ਸਾਧਨ ਵੀ ਪੈਦਾ ਹੋਣਗੇ। ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਸ ਚੰਗੇ ਸੁਝਾਅ ਲਈ ਪ੍ਰਕਾਸ਼ ਸਿੰਘ ਬਾਦਲ ਤੇ हरसिमरत कौर बादल का धन्यवाद किया है। भारत सरकार में मेरे सहयोगी हरसिमरत जी कौर, इन्होंने मुझे विशेष रूप से जो ट्रैक्टर के ऊपर, जो हमारे किसानों का ट्रैक्टर उनके लिए बहुत उपयोगी होता है, उसके कमर्शियल उपयोग के बारे में जो बहुत हेवी चार्जेस लगाने की बात चल रही थी, उसकी जानकारी मुझे दी और मांग की कि किसानों के लिए इसको आपने मुक्ति दिलानी चाहिए। मुझे इस बात की खुशी है कि हमने निर्णय किया है कि किसानों के लिए ट्रैक्टर और ट्रॉली के लिए कोई चार्ज नहीं लगेगा, चाहे वो कमर्शियल काम करे चाहे कोई भी काम करे। और मैं माननीय मंत्री जी को भी धन्यवाद दूंगा कि उन्होंने ट्रैक्टर वाली बात को तुरंत मुझे जगाया और आज इसकी राहत किसानों को मिली। विशेष रूप से मैं कहूँगा कि बादल साहब, हमारे प्रकाश सिंह जी बादल हमारे बुजुर्ग नेता है, सीनियर नेता है, उनने मुझे बहुत बार ये कहा था कि कौन से भी इथेनॉल बनाने की अनुमति दो। अब कौन से भी इथेनॉल बनाने की अनुमति और कान का भूसा जो है कौन उससे भी, और जो धांडा है जो उसका, उससे भी अब इथेनॉल बनाने के कारण पंजाब में बड़े प्रमाण पर मक्का भी लग पाएगा और उसको अच्छी कीमत भी मिलेगी और गेहूं चावल की तुलना में किसान की खेती किफ़ायतशीर होगी, प्रदूषण भी कम होगा, इंपोर्ट भी बचेगा और उसके साथ साथ ग्रामीण क्षेत्र में नया रोजगार भी निर्माण होगा। केंद्रीय मंत्री हरसिमरत कौर बादल के मुताबिक श्रोमणी अकाली दल ते बीजेपी वालों सांझे उपराले नाल साल 2022 तक किसानां दी आमदन नूं दुगना करन दा टीचा मिथ्या गया। केंद्रीय मंत्री हरसिमरत कौर बादल के मुताबिक श्रोमणी अकाली दल ते बीजेपी वालों सांझे उपराले नाल साल 2022 तक किसानां दी आमदन नूं दुगना करन दा टीचा मिथ्या गया, जो कि जल्द पूरा किया जाएगा। ਜਦੋਂ ਤੋਂ ਟਰੈਕਟਰ ਨੂੰ ਕਮਰਸ਼ੀਅਲ ਵਹੀਕਲ ਡਿਕਲੇਅਰ ਕਰਨ ਦੀ ਗੱਲ ਆਈ ਤੇ ਇਮੀਡੀਏਟਲੀ ਨਿਤਿਨ ਜੀ ਦੇ ਨਾਲ ਮੈਂ ਇਹ ਟੇਕ ਅਪ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਇੱਕਦਮ ਇਸ ਗੱਲ ਨੂੰ ਸਮਝਿਆ ਤੇ ਇਹ ਬੋਝ ਕਿਸਾਨ ਦੇ ਉੱਤੇ ਨਾ ਪਏ, ਉਹਦੇ ਵਾਸਤੇ ਬਿਲਕੁਲ ਇੱਕਦਮ ਫੈਸਲਾ ਲੈ ਕੇ ਉਹਨੂੰ ਰੋਕਿਆ ਗਿਆ। ਜਿੱਥੇ ਤਾਈਂ ਫਾਈਲ ਪਹੁੰਚੀ ਸੀ ਉੱਥੇ ਹੀ ਬੰਦ ਕੀਤੀ ਗਈ ਤੇ ਵਿਸ਼ਵਾਸ ਦਿਲਾਇਆ ਹੈਗਾ ਕਿ ਕਿਸਾਨ ਦਾ ਇਹ ਟਰੈਕਟਰ ਜਿਵੇਂ ਰਿਹਾ ਸੀਗਾ ਉਸ ਤਰ੍ਹਾਂ ਹੀ ਰਹੂਗਾ, ਕੋਈ ਇਹਦੇ ਉੱਤੇ ਕਮਰਸ਼ੀਅਲ ਵਿੱਚ ਨਹੀਂ ਪਾਇਆ ਜਾਊਗਾ। ਜਿਵੇਂ ਬਾਦਲ ਸਾਹਿਬ ਨੇ ਇਹਨੂੰ ਗੱਡਾ ਡਿਕਲੇਅਰ ਕੀਤਾ ਸੀ ਪੰਜਾਬ 'ਚ, ਉਸ ਤਰ੍ਹਾਂ ਹੀ ਰਹੂਗਾ। ਪੈਟਰੋਲੀਅਮ ਮੰਤਰਾਲੇ ਵੱਲੋਂ ਸਭ ਤੋਂ ਪਹਿਲਾਂ ਇੱਕ ਐਥਨੋਲ ਪਲਾਂਟ ਸਾਡੇ ਬਠਿੰਡੇ 'ਚ 10 ਪੂਰੇ ਦੇਸ਼ ਵਾਸਤੇ ਸੈਂਕਸ਼ਨ ਹੋਏ ਸੀ। ਤਾਂ ਸਭ ਤੋਂ ਪਹਿਲਾ ਵਾਰਾ ਬਠਿੰਡੇ ਵਿੱਚ ਨੀਂਹ ਪੱਥਰ ਰੱਖਣ ਵਾਸਤੇ ਧਰਮਿੰਦਰ ਪ੍ਰਧਾਨ ਜੀ ਨੇ ਰੱਖਿਆ ਸੀ, ਜਿੱਥੇ ਪਰਾਲੀ ਤੋਂ ਐਥਨੋਲ ਬਣਾਉਣ ਦੀ ਇੱਕ ਫੈਕਟਰੀ ਲਗਾਈ ਜਾ ਰਹੀ ਹੈ, ਜਿੱਥੇ ਕਿਸਾਨ ਨੂੰ 2-2.5 ਹਜ਼ਾਰ ਏਕੜ ਮਿਲੂਗਾ। ਇਹ ਫੈਕਟਰੀਆਂ ਜਿਹੜੇ ਇਹ ਐਥਨੋਲ ਬਣਾਉਣਗੀਆਂ, ਉਹਨਾਂ ਦੀ ਫੈਕਟਰੀ ਕਿਸਾਨ ਦੇ ਇਹ ਵੇਸਟੇਜ ਦੇ ਨਾਲ ਪੈਟਰੋਲ ਨਿਕਲੂਗਾ, ਐਥਨੋਲ ਬਣੂਗਾ, ਜਿਹਦੇ ਨਾਲ ਬੱਸਾਂ ਵੀ ਹੋਣਗੀਆਂ ਉਹਨਾਂ ਦੇ ਆਪਣੇ ਖੇਤਰ ਤੇ। ਉਹਨਾਂ ਨੇ ਜਿਵੇਂ ਦੱਸਿਆ AC ਬੱਸਾਂ ਤਾਂ ਹੀ ਚਲਾਤੀਆਂ। ਸੋ ਮੋਟਰਸਾਈਕਲ, ਟਰੈਕਟਰ ਹੋਏ, ਗੱਡੀਆਂ ਹੋਣ,
ਹੁਣ ਇਹ ਸਾਰੇ ਐਥਨੋਲ ਤੋਂ ਚੱਲਣਗੀਆਂ। ਇਹਦੇ ਬਾਰੇ ਲਗਾਤਾਰ ਸਾਲ ਭਰ ਚੋਂ ਸਾਡੀ ਮੀਟਿੰਗਾਂ ਹੋ ਰਹੀਆਂ। ਬਾਦਲ ਸਾਹਿਬ ਵੀ ਮੁੱਖ ਮੰਤਰੀ ਨੂੰ, ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ, ਮੈਂ ਆਪ ਗਡਕਰੀ ਸਾਹਿਬ ਦੇ ਨਾਲ ਅਸੀਂ ਸਾਰੇ ਰਲ ਮਿਲ ਕੇ ਪੂਰਾ ਜ਼ੋਰ ਪਾਇਆ ਤੇ ਹੁਣ ਇਹ ਇੱਕ ਹਕੀਕਤ ਬਹੁਤ ਛੇਤੀ ਬਣ ਜਾਊਗੀ। ਭਾਜਪਾ ਅਕਾਲੀ ਦਲ ਦੀ ਸਰਕਾਰ ਭਾਵੇਂ ਕੇਂਦਰ ਵਿੱਚ ਹੋਏ ਭਾਵੇਂ ਸੂਬੇ ਵਿੱਚ ਹੋਏ, ਸਾਡਾ ਇੱਕੋ ਹੀ ਨਿਸ਼ਾਨਾ ਹੁੰਦਾ ਹੈ ਕਿ ਅਸੀਂ ਆਪਣੇ ਸੂਬੇ ਦਾ, ਆਪਣੇ ਦੇਸ਼ ਦਾ ਭਲਾ ਕਰੀਏ ਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵਾਸਤੇ 2022 ਦਾ ਜਿਹੜਾ ਨਿਸ਼ਾਨਾ ਲੈ ਕੇ ਚੱਲੇ ਉਸ ਨਿਸ਼ਾਨੇ ਨੂੰ ਪੂਰਾ ਕਰਨ ਵਾਸਤੇ ਹਰੇਕ ਕਦਮ ਉਠਾਏ ਜਾ ਰਹੇ ਨੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜਲਦ ਹੀ ਫਸਲ ਦੀ ਰਹਿੰਦ ਖੂੰਹਦ ਦੇ ਪੈਸੇ ਮਿਲਣਗੇ, ਜਿਸ ਸੰਬੰਧੀ 10 ਪਲਾਂਟਾਂ ਚੋਂ ਪਹਿਲੇ ਪਲਾਂਟ ਦਾ ਬਠਿੰਡਾ 'ਚ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ, ਜੋ ਕਿ ਜਲਦ ਹੀ ਸ਼ੁਰੂ ਹੋਏਗਾ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਪਰਾਲੇ ਨਾਲ ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਦੀ ਜਿੱਥੇ ਆਮਦਨ ਵਧੇਗੀ, ਉੱਥੇ ਹੀ ਖੁਦਕੁਸ਼ੀਆਂ ਦੀ ਰਾਹ ਪਈ ਕਿਸਾਨੀ ਨੂੰ ਮੁੜ ਸੁਰਜੀਤ ਕੀਤਾ ਜਾ ਸਕੇਗਾ। ਨਿਊਜ਼ ਡੈਸਕ ਤੋਂ ਬਲਵੰਤ ਬਾਵਾ ਦੇ ਨਾਲ ਹਰਪ੍ਰੀਤ ਸਿੰਘ ਬੰਦੇਸ਼ਾ, PTC ਨਿਊਜ਼, ਦਿੱਲੀ।